ਹੈਲੋ ਟੂ एवरीवन। आई होप कि ਤੁਸੀਂ ਸਾਰੇ ਠੀਕ ਹੋਵੋਗੇ। ਪਲੱਸ 2 ਦੇ ਐਗਜ਼ਾਮ ਚੱਲ ਰਹੇ ਨੇ, ਫਾਈਨਲ ਐਗਜ਼ਾਮ ਚੱਲ ਰਹੇ ਨੇ। आई होप ਕਿ ਜਿਨ੍ਹਾਂ ਦੇ ਵੀ ਅੱਜ ਐਗਜ਼ਾਮ ਨੇ ਜਾਂ ਕੱਲ੍ਹ ਨੇ ਜਾਂ ਜਿਨ੍ਹਾਂ ਨੇ ਇੱਕ ਐਗਜ਼ਾਮ ਦੇ ਦਿੱਤਾ ਹੋਇਆ ਵੇ, ਸਾਰਿਆਂ ਨੇ ਆਪਣਾ ਵਧੀਆ ਪਰਫੋਰਮੈਂਸ ਕੀਤੀ ਹੋਏਗੀ ਐਗਜ਼ਾਮ ਦੇ ਵਿੱਚ। ਸੋ ਅੱਜ ਦੇ ਲੈਕਚਰ ਦੇ ਵਿੱਚ ਮੈਂ 2 ਚੈਪਟਰ ਸਿਲੈਕਟ ਕੀਤੇ ਨੇ, ਇੱਕ ਸਪਲੀਮੈਂਟਰੀ ਦਾ ਅਤੇ ਇੱਕ ਰੀਡਰ ਦਾ। ਦ 2 ਜੈਂਟਲਮੈਨ ਆਫ ਵਿਰੋਨਾ ਐਂਡ ਦ ਬਾਰਬਰ ਟ੍ਰੇਡ ਯੂਨੀਅਨ, ਜਿਹਦੇ ਵਿੱਚ ਆਪਾਂ ਲੌਂਗ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਸੋ ਪਹਿਲਾ ਕੁਐਸਚਨ ਹੈ ਟੂ ਜੈਂਟਲਮੈਨ ਆਫ ਵਿਰੋਨਾ ਵਾਲੇ ਚੈਪਟਰ ਦੇ ਵਿੱਚੋਂ, ਡਰੋ ਅ ਬਰੀਫ ਕਰੈਕਟਰ ਸਕੈਚ ਆਫ ਦ 2 ਬॉयਜ਼ ਇਨ ਦ ਸਟੋਰੀ। ਠੀਕ ਹੈ, ਸਟੋਰੀ ਤੁਹਾਨੂੰ ਪਤਾ ਹੋਏਗੀ, 2 ਆਪਸ ਦੇ ਵਿੱਚ ਭਰਾ ਨੇ, ਨਿਕੋਲਾ ਐਂਡ ਜਕੋਪਾ। ਠੀਕ ਹੈ, ਵਿਰੋਨਾ ਵਿੱਚ ਰਹਿੰਦੇ ਨੇ ਉਹ। ਮਤਲਬ ਆਪਣੀ ਸਾਰੀ ਕਾਫੀ ਗਰੀਬ ਹੁੰਦੇ ਨੇ। ਇੱਕ ਹਾਦਸੇ ਕਰਕੇ ਉਹਨਾਂ ਦਾ ਜਿਹੜਾ ਸਾਰਾ ਘਰ-ਬਾਰ ਉਜੜ ਜਾਂਦਾ ਹੈ। ਠੀਕ ਹੈ, ਉਹ ਇੱਕ ਅਨਾਥ ਹੋ ਜਾਂਦੇ ਨੇ, ਔਰਫਨਸ ਹੋ ਜਾਂਦੇ ਨੇ। ਠੀਕ ਹੈ, ਮਾਤਾ ਪਿਤਾ ਦੀ ਵੀ ਡੈਥ ਹੋ ਜਾਂਦੀ ਹੈ। ਸੋ ਇਹ ਉਸ ਕਾਫੀ ਮਜ਼ਦੂਰੀ ਵਗੈਰਾ, ਕਾਫੀ ਸਟਰਗਲ ਕਰਦੇ ਨੇ, ਅਤੇ ਉਹ ਆਪਣ ਜੀਣ ਲਈ ਵੀ ਕਰਦੇ ਨੇ। ਅਤੇ ਆਪਣੀ ਉਹਨਾਂ ਦੀ ਇੱਕ ਸਿਸਟਰ ਹੁੰਦੀ ਹੈ ਲੂਸੀਆ, ਉਹ ਟਿਊਬਰਕਲੋਸਿਸ ਤੋਂ ਸਫਰ ਕਰ ਰਹੀ ਹੁੰਦੀ ਹੈ। ਉਹਦੇ ਟਰੀਟਮੈਂਟ ਲਈ ਵੀ ਕਾਫੀ ਉਹ ਜ਼ਿਆਦਾ ਸਟਰਗਲ ਕਰਦੇ, ਕਿ ਕਾਫੀ ਹਾਰਡ ਵਰਕ ਕਰਦੇ ਆ ਤਾਂ ਕਿ ਉਹ ਆਪਣੀ ਸਿਸਟਰ ਦਾ ਟਰੀਟਮੈਂਟ ਕਰਾ ਸਕਣ। ਠੀਕ ਹੈ, ਸੋ ਡਰੋ ਕਰੈਕਟਰ ਸਕੈਚ ਆਫ ਦ 2 ਬॉयਜ਼ ਇਨ ਦ ਸਟੋਰੀ। ਦ ਰਾਈਟਰ ਮੈਟ ਦ 2 ਔਰਫਨ ਬ੍ਰਦਰਸ ਨਿਕੋਲਾ ਐਂਡ ਜਕੋਪੋ ਇਨ ਵਿਰੋਨਾ। ਠੀਕ ਹੈ, ਰਾਈਟਰ ਜੋ ਹੈ ਔਰਫਨ ਬ੍ਰਦਰਸ ਯਾਨੀ ਕਿ ਅਨਾਥ ਭਰਾਵਾਂ ਨੂੰ ਕੀ ਨਾਮ ਹੈ, ਨਿਕੋਲਾ ਐਂਡ ਜੋਕੋਪੋ ਇਨ ਵਿਰੋਨਾ ਵਿੱਚ ਮਿਲੇ। ਦੇ ਵਰ ਵੈਰੀ ਪੂਅਰ, ਉਹ ਗਰੀਬ ਸੀਗੇ। ਬਟ ਦੇ ਡਿਡ ਨੋਟ ਬਿਕਮ ਬੈਗਰਸ, ਪਰ ਉਹਨਾਂ ਨੇ ਖੁਦ ਨੂੰ ਭਿਖਾਰੀ ਬਣਨਾ ਪਸੰਦ ਨਹੀਂ ਕੀਤਾ। ਉਹਨਾਂ ਨੇ ਕੰਮ ਕਰਨਾ ਸ਼ੁਰੂ ਕੀਤਾ। ਕਿਹੜੇ ਕੰਮ ਕੀਤੇ? ਦੇ ਪੋਲਿਸ਼ਡ ਸ਼ੂਜ਼, ਸੋਲਡ ਫਰੂਟ, ਨਿਊਜ਼ਪੇਪਰਸ, ਵਰਕਡ ਐਜ਼ ਗਾਈਡਸ ਐਕਸੈਟਰਾ। ਠੀਕ ਹੈ, ਦੇ ਵਰਕ ਵੈਰੀ ਹਾਰਡ ਟੂ ਪੇ ਫੋਰ ਦ ਟਰੀਟਮੈਂਟ ਆਫ ਦੇਅਰ ਸਿਸਟਰ who was suffering from tuberculosis of the spine. The boys give the message of love, devotion and selflessness. ਠੀਕ ਹੈ, ਇਹਦੇ ਵਿੱਚ ਜੇਕਰ ਲੌਂਗ ਕੁਐਸਚਨ ਕਈਆਂ ਵਾਰੀ ਹੁੰਦਾ ਹੈ ਕਿ ਨਹੀਂ ਲਿਖ ਪਾਉਂਦੇ, ਕਿ ਨਹੀਂ ਆ ਰਿਹਾ ਸਾਨੂੰ ਯਾਦ, ਲੌਂਗ ਕੁਐਸਚਨ ਹੈ। ਤੁਸੀਂ ਦੇਖੋ ਇਹ ਜੋ ਲਾਈਨ ਹੈ, ਦੇ ਪੋਲਿਸ਼ਡ ਸ਼ੂਜ਼ ਐਂਡ ਸੋਲਡ ਫਰੂਟ, ਇਹ ਤੁਹਾਨੂੰ 1-2 ਨੰਬਰ ਵਿੱਚ ਵੀ ਪੁੱਛ ਸਕਦੇ ਨੇ। ਠੀਕ ਹੈ, ਇੱਦਾਂ ਹੀ ਤੁਸੀਂ ਸ਼ਾਰਟ ਕੁਐਸਚਨਸ ਦੇ ਵਿੱਚ ਵੀ ਲੌਂਗ ਕੁਐਸਚਨ ਲਿਖ ਸਕਦੇ ਹੋ। ਜ਼ਰੂਰੀ ਨਹੀਂ ਕਿ ਤੁਹਾਨੂੰ ਪੂਰਾ ਯਾਦ ਹੋਣਾ ਚਾਹੀਦਾ ਵਾ। ਤੁਸੀਂ ਇੱਕ ਅੱਧ ਲਾਈਨ ਸ਼ਾਰਟ ਕੁਐਸਚਨਸ ਤੋਂ ਵੀ ਲਿਖ ਸਕਦੇ ਹੋ। ਠੀਕ ਹੈ, ਅਗਰ ਨਹੀਂ ਵੀ ਆ ਰਹੀ ਤਾਂ ਅਕੋਰਡਿੰਗ ਟੂ ਤੁਹਾਡੇ ਚੈਪਟਰ ਦੇ ਅਕੋਰਡਿੰਗਲੀ, ਕੁਐਸਚਨ ਟੂ ਅਕੋਰਡਿੰਗਲੀ, ਤੁਹਾਨੂੰ ਜੋ ਉਹ ਪੁੱਛਦੇ ਨੇ ਉਹਦੇ ਅਕੋਰਡਿੰਗਲੀ ਤੁਸੀਂ ਆਪਣੀ ਇਨਫੋਰਮੇਸ਼ਨ ਸਾਰੀ ਲਿਖ ਸਕਦੇ ਹੋ। ਠੀਕ ਹੈ, ਲੌਂਗ ਕੁਐਸਚਨ ਹੈ, ਇਹਨੂੰ ਤੁਸੀਂ ਜਿੰਨਾ ਕੁ ਜ਼ਿਆਦਾ ਲੌਂਗ ਕਰ ਸਕਦੇ ਹੋ ਅੱਛੀ ਗੱਲ ਹੈ। ਠੀਕ ਹੈ, ਸੋ ਜੇਕਰ ਤੁਹਾਨੂੰ ਕੋਈ ਇੱਦਾਂ ਦਾ ਕੁਐਸਚਨ ਯਾਦ ਹੈ ਜੋ ਕਿ ਸ਼ਾਰਟ ਕੁਐਸਚਨ ਹੈ ਬਟ ਉਹ ਤੁਹਾਡੀ ਲੌਂਗ ਦੇ ਕੁਐਸਚਨ ਦੇ ਅਕੋਰਡਿੰਗਲੀ ਫਿਟ ਬੈਠਦਾ, ਤਾਂ ਤੁਸੀਂ ਉਹਨੂੰ ਜ਼ਰੂਰ ਯੂਜ਼ ਕਰੋ, ਉਹ ਵਾਲੀ ਲਾਈਨ ਨੂੰ। ਠੀਕ ਹੈ, ਹੁਣ ਆਪਾਂ ਨੈਕਸਟ ਕੁਐਸਚਨ ਵੱਲ ਦੇਖਦੇ ਹਾਂ। ਰਾਈਟ ਦ ਥੀਮ ਆਫ ਦ ਸਟੋਰੀ 2 ਜੈਂਟਲਮੈਨ ਆਫ ਵਿਰੋਨਾ ਇਨ ਯੂਅਰ ਵਰਡਸ। ਦ ਇੰਟਰਸਟਿੰਗ ਸਟੋਰੀ ਇਜ਼ ਰਿਟਨ ਬਾਈ A.G. Cronin। ਠੀਕ ਹੈ, A.G. Cronin ਦੁਆਰਾ ਲਿਖੀ ਹੈ। ਦ ਥੀਮ ਆਫ ਦ ਸਟੋਰੀ ਇਜ਼ ਦੈਟ ਵੀ ਸ਼ੁੱਡ ਫੇਸ ਦ ਮਿਸਫੋਰਚੂਨ ਆਫ ਲਾਈਫ ਬੋਲਡਲੀ। ਥੀਮ ਯਾਨੀ ਕਿ ਇਸ ਸਟੋਰੀ ਦਾ ਮੇਨ ਕੀ ਹੈ ਕਿ ਸਾਨੂੰ ਜਿਹੜਾ ਵਾ ਕੀ ਮੋਰਲ ਕੀ ਨਿਕਲਦਾ ਵਾ ਕਿ ਸਾਨੂੰ ਫੇਸ ਕਰਨੀ ਚਾਹੀਦੀ ਆ ਕਿਸੇ ਵੀ ਤਰ੍ਹਾਂ ਦੀ ਹਾਲਤ, ਕੋਈ ਵੀ ਸਿਚੁਏਸ਼ਨ ਸਾਨੂੰ ਬੋਲਡਲੀ ਹੋ ਕੇ ਫੇਸ ਕਰਨੀ ਚਾਹੀਦੀ ਆ। ਦ ਸਟੋਰੀ ਸ਼ੋਜ਼ ਅਸ ਦ ਕਰੇਜ ਐਂਡ ਡਿਵੋਸ਼ਨ ਆਫ 2 ਸਮਾਲ ਬॉयਜ਼। ਠੀਕ ਹੈ, ਜਿਹੜੀ ਇਹ ਸਟੋਰੀ ਹੈ 2 ਛੋਟੇ ਬੱਚਿਆਂ ਦੀ ਹੈ, 2 ਛੋਟੇ ਭਰਾਵਾਂ ਦੇ ਕਰਜ ਅਤੇ ਡਿਵੋਸ਼ਨ, ਜੋ ਉਹਨਾਂ ਦੇ ਤਿਆਗ ਦੇ ਬਾਰੇ ਸਾਨੂੰ ਦੇਖਣ ਨੂੰ ਮਿਲਦੀ ਹੈ। ਦੇ ਬਿਕੇਮ ਹੋਮਲੈਸ ਐਂਡ ਔਰਫਨਸ। ਠੀਕ ਹੈ, ਤੁਸੀਂ ਇਹ ਵਾਲੀ ਲਾਈਨ ਇੱਥੇ ਵੀ ਐਡ ਕਰ ਸਕਦੇ ਹੋ। ਦੇ ਵਰ ਵੈਰੀ ਪੂਅਰ, ਦੇ ਬਿਕੇਮ ਹੋਮਲੈਸ ਐਂਡ ਔਰਫਨਸ। ਇੱਦਾਂ ਕਰਕੇ ਤੁਸੀਂ ਆਪਣੇ ਕੁਐਸਚਨਸ ਨੂੰ ਲੌਂਗ ਕਰ ਸਕਦੇ ਹੋ। ਠੀਕ ਹੈ, ਲਾਈਨ ਬਿਲਕੁਲ ਹੈ, ਉਹੀ ਚੈਪਟਰ ਨੇ, ਸੇਮ ਉਹੀ ਚੈਪਟਰ ਨੇ, ਉਹੀ ਕੁਐਸਚਨ ਹੈ, ਸੇਮ ਉਹਦੇ ਨਾਲ ਬਿਲਕੁਲ ਅਟੈਚ ਰਿਲੇਟੇਬਲ ਕੋਈ ਲਾਈਨ ਹੈ, ਉਹ ਤੁਸੀਂ ਲਿਖ ਸਕਦੇ ਹੋ। ਠੀਕ ਹੈ, ਯੈਟ ਦੇ ਵਰ ਹੋਪਫੁਲ, ਬਟ ਫਿਰ ਵੀ ਉਹ ਕੀ ਸੀਗੇ, ਆਸ਼ਾਵੰਦ ਸੀਗੇ। ਠੀਕ ਹੈ, ਉਹਨਾਂ ਨੂੰ ਆਸ ਸੀਗੀ ਕਿ ਜ਼ਰੂਰ ਕਿ ਅਸੀਂ ਕੁਛ ਸਾਡੇ ਨਾਲ ਅੱਛਾ ਹੀ ਹੋਏਗਾ, ਅਸੀਂ ਐਂਡ ਵਿੱਚ ਕਿ ਸਾਡੀ ਸਿਚੁਏਸ਼ਨ ਅੱਛੀ ਹੋਏਗੀ। ਠੀਕ ਹੈ, ਦੇ ਵਰਕ ਵੈਰੀ ਹਾਰਡ ਟੂ ਪੇ ਫੋਰ ਦ ਟਰੀਟਮੈਂਟ ਆਫ ਦੇਅਰ ਸਿਸਟਰ ਡਿਊ ਟੂ ਦੇਅਰ ਕੇਅਰ ਦੇਅਰ ਸਿਸਟਰ ਕਿ ਓਨਲੀ ਸਿਸਟਰ। ਠੀਕ ਹੈ, ਇੱਥੇ ਤੁਸੀਂ ਲਾਈਨ ਨੂੰ ਫਿਰ ਲੰਬਾ ਵੀ ਕਰ ਸਕਦੇ ਹੋ ਕਿ ਦੇ ਵਰਕ ਵੈਰੀ ਹਾਰਡ ਟੂ ਪੇ ਫੋਰ ਦ ਟਰੀਟਮੈਂਟ ਆਫ ਦੇਅਰ ਸਿਸਟਰ ਹੂ ਵਾਜ਼ ਸਫਰਿੰਗ ਫਰੋਮ ਟਿਊਬਰਕਲੋਸਿਸ ਆਫ ਦ ਸਪਾਈਨ ਡਿਊ ਟੂ ਦੇਅਰ ਕੇਅਰ ਦੇਅਰ ਸਿਸਟਰ ਸਰਵਾਈਵਡ।
ਠੀਕ ਹੈ। ਇਹ ਵੀ ਲਾਈਨ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਕਰੈਕਟਰ ਸਕੈਚ ਵਿੱਚ ਕਿ ਉਹਨਾਂ ਦੀ ਕੇਅਰ ਦੇ ਨਾਲ ਹੀ ਉਹਨਾਂ ਦੀ ਸਿਸਟਰ ਜਿਹੜੀ ਹੈ ਸਰਵਾਈਵ ਕੀਤੀ। ਸੋ ਦ ਸਟੋਰੀ ਕਨਵੇਜ਼ ਦ ਮੈਸੇਜ ਆਫ ਲਵ, ਹੋਪ, ਡਿਵੋਸ਼ਨ ਐਂਡ ਸੈਲਫਲੈਸਨੈਸ। ਠੀਕ ਹੈ। ਉਸ ਤੋਂ ਬਾਅਦ ਥਰਡ ਕੁਐਸਚਨ, ਐਕਸਪਲੇਨ ਇਨ ਬਰੀਫ ਦ ਕੰਡੀਸ਼ਨ ਇਨ ਵਿਚ ਦ ਟੂ ਬॉयਜ਼ ਗਰੂ ਅਪ। ਯਾਨੀ ਕਿ ਉਹ ਕੰਡੀਸ਼ਨ ਲਿਖੋ ਜਿਹਦੇ ਵਿੱਚ ਕੀ ਹੈ ਬॉयਜ਼ ਵੱਡੇ ਹੋਏ। This is the story of two young boys who led a comfortable and cultured life। ਕਿਹਨਾਂ ਨੇ ਕਾफ़ी मतलब अपनी मतलब पहले cultured life इन्होंने अच्छी life comfortable life इन्होंने पहला बतीत की। Their sister Lucia was training to be a singer। ਜਿਹੜੀ ਇਹਨਾਂ ਦੀ ਸਿਸਟਰ ਸੀਗੀ ਜੋ ਟਿਊਬਰਕਲੋਸਿਸ ਆਫ ਦਾ ਸਪਾਈਨ ਮਤਲਬ ਕਿ TB ਦੇ ਨਾਲ ਗ੍ਰਸਿਤ ਸੀਗੀ, ਉਹ ਪਹਿਲੇ ਕੀ ਸੀਗੀ ਟ੍ਰੇਨਿੰਗ ਲੈ ਰਹੀ ਸੀਗੀ ਕਿ ਉਹ ਸਿੰਗਰ ਬਣੇ। ਠੀਕ ਹੈ। देयर फादर हु वॉज अ विडोर वॉज अ वैल नोन सिंगर। यानी कि इन्हों के फादर भी की सीगे विडोर, यानी कि उन्होंने वाइफ की डैथ हो चुकी सी। एंड वो एक खुद एक वैल नोन सिंगर सीगे। ही वॉज किल्ड इन अ वार, वो एक युद्ध के विच मारे गए। अ बॉम्ब हैड डिस्ट्रॉयड देयर हाउस, एक बॉम्ब ने उन्होंने हाउस में पूरी तरह खराब कर दिता, मतलब कि पूरी तरह क्षति पहुँचा दी उन्होंने घर में। सो दे बिकेम होमलैस एंड ऑरफन्स, इस करके वो होमलैस हो गए, होमलैस तो ऑरफन्स हो गए। ठीक है। दे सफर्ड हॉरिबली फ्रॉम नियर स्टारवेशन एक्सपोजर टू द कोल्ड वैदर। ठीक है। यानी कि उन्होंने काफ़ी मतलब भुखमरी के दिन भी दिखे, खान भी नहीं कुछ, तो है भी उन्होंने छोटी एज ने। ठीक है। सो उन्होंने काफ़ी अलग अलग सिचुएशनस नू फेस किया। ठीक है। गर्मी, सर्दी, भुख, ये सारी चीज़ों उन्होंने फेस किया। लूसिया वॉज सफरिंग फ्रॉम TB ऑफ द स्पाइन, कि उसे मतलब कि इदा की सिचुएशन के विच भी उन्होंने सिस्टर लूसिया TB मतलब कि स्पाइन के TB तो ग्रसित सी। ठीक है। इदा की सिचुएशन विच दे अंडरटुक वेरीअस जॉब्स एंड वर्क वेरी हार्ड टू पे फॉर हर ट्रीटमेंट। उन्होंने काफ़ी मेहनत की। ठीक है। तो अपनी सिस्टर के ट्रीटमेंट लिए उन्होंने पे करते रहे। ठीक है। हार्ड वर्क करके। सो आए थे 3 क्वेश्चन। हुण असीं नैक्सट चैप्टर की गल करते हैं। द बार्बर ट्रेड यूनियन। गिव अ ब्रीफ करैक्टर स्कैच ऑफ चंदू। चंदू तुहानूं सारी स्टोरी पता होएगी कि बार्बर ट्रेड यूनियन की है। ठीक है। हुण क्वेश्चन ते फोकस करते हैं। चंदू इज़ द मेन करैक्टर ऑफ द स्टोरी द बार्बर ट्रेड यूनियन रिटन बाय मुल्क राज आनंद। ठीक है। बार्बर ट्रेड यूनियन जो एक चैप्टर है रिटन बाय मुल्क राज आनंद। चंदू इज़ द मेन करैक्टर है। ऑल द इंसीडेंट ऑफ द स्टोरी रिवॉल्व अराउंड होम। सारे जोड़े इंसीडेंट है चंदू के आले दुआले घूमते हैं। चंदू इज़ एन इंटरस्टिंग करैक्टर, कि चंदू जोड़ा है बड़ा रोचक करैक्टर है वा। ही वॉज अ बार्बर बॉय। ठीक है। वो एक बार्बर बॉय आ। ही वॉज अ क्लोज फ्रेंड ऑफ द राइटर। जो राइटर है इदा स्टोरी में दिखाया गया कि वो राइटर का क्लोज फ्रेंड है। ही वॉज नॉट गुड एट डूइंग सम्स। ही वेंट टू लर्न द वर्क ऑफ अ बार्बर आफ्टर स्कूल। क्यों वो अच्छे सवाल नहीं सी कर पाता, ईवन कि पढ़ाई में अच्छा नहीं सीगा, क्योंकि वो बार्बर का काम करता सीगा। ठीक है। स्कूल तो बाद ही वॉज एन एक्सपर्ट एट काइट मेकिंग काइट्स। वो पतंगा बनाने में भी बहुत माहिर सीगा। ही हैड अ शार्प माइंड, उहदा जो सीगी बुद्धि बहुत तेज सीगी। ठीक है। शार्प माइंड सीगी। ही बिलोंगड टू ए लो कास्ट, वो एक छोटी जाति का मतलब छोटी जाति तो रिलेट करने वाला सीगा, बिलोंग करने वाला सीगा। अपर कास्ट पीपल ऑफन अब्यूज्ड हिम, जो उच्च जाति के लोग सीगे वो अक्सर उन्होंने अब्यूज्ड करते सीगे। ही मेड बार्बर यूनियन, इस करके उन्हें बार्बर यूनियन बनाई। बार्बर यूनियन क्यों बनाई ये तुहानूं पता होना चाहिए। ठीक है। तुसीं स्टोरी पढ़ी है, तुहानूं पता होना चाहिए कि उन्हें बार्बर यूनियन क्यों बनाई। चंदू वॉज अ सैल्फ रिस्पैक्टिंग हार्ड वर्किंग एंड ब्रेव मैन। चंदू जोड़ा वा सैल्फ रिस्पैक्टिंग हार्ड वर्किंग बंदा सीगा, बहादुर सीगा। ही बॉट अ साइकिल एंड स्टार्टेड शेविंग पीपल इन द टाउन। ठीक है। ही सैट अप अ बार्बर शॉप। ही लीव्स अ डीप इंपैक्ट अपॉन आर माइंड्स। ठीक है। कि उन्हें सारा बहुत ही ज़्यादा गहरा प्रभाव आ जोड़ा साडे ते छोड़िया है। ठीक है। हाउ डिड द विलेज एल्डर्स बिहेव वैन चंदू ड्रैसड अप लाइक अ डॉक्टर। ਜਦੋਂ ਉਹ ਅਲੱਗ-ਅਲੱਗ ਤਰੀਕੇ ਨਾਲ ਡਰੈਸਡ ਕਰਦਾ ਸੀਗਾ ਤੇ ਵਿਲੇਜ ਦਾ ਕੀ ਰਿਐਕਸ਼ਨ ਸੀਗਾ। ਦ ਰਾਈਟਰ ਵਾਜ਼ ਥ੍ਰਿਲਡ ਟੂ ਸੀ ਚੰਦੂ ਡਰੈਸਡ ਅਪ ਲਾਈਕ ਅ ਡਾਕਟਰ, ਬਟ ਦ ਲੈਂਡਲੋਰਡਸ ਆਫ ਦ ਵਿਲੇਜ ਬਿਕੇਮ ਐਂਗਰੀ ਐਂਡ ਦੇ addressed him the derogatory words. The village shahukar also insulted him. He said that he should wear only cheap clothes which suit his class। यानी कि जो इदा के कपड़े पहनता वा तो वो लैंडलोर्ड्स जोड़े होंगे वो आले दुआले जोड़े से मतलब कि वो तो उच्च जाति के लोग उन्होंने देख के काफ़ी अजीब मतलब कि उन्होंने अब्यूज़ड भी करते थे, काफ़ी इदा के तिखे व्यंग कसते थे। ठीक है। काफ़ी उन्होंने इदा दियाँ गल्लां करते जी कि उन्होंने नहीं बोलनी चाहिए सी। क्यों? क्योंकि वो एक छोटी जाति का है। ठीक है।
ਸੋ ਉਹ ਇਸ ਤਰੀਕਾ ਉਹ ਸਿਰਫ ਡਰੈਸਡ ਆਪਣੇ ਲਈ ਹੁੰਦਾ ਸੀਗਾ, ਠੀਕ ਹੈ। ਸੋ ਜਿਹੜਾ ਵਿਲੇਜ ਸੀਗਾ ਸ਼ਾਹੂਕਾਰ, ਵਿਲੇਜ ਦਾ ਸ਼ਾਹੂਕਾਰ ਸੀਗਾ, ਉਹ ਆਲਸੋ ਉਹਨਾਂ ਨੇ ਉਹਦੀ ਕਾਫੀ ਇਨਸਲਟ ਕੀਤੀ, ਠੀਕ ਹੈ। ਉਹ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਕੱਪੜੇ ਤੈਨੂੰ ਸੂਟ ਨਹੀਂ ਕਰਦੇ। ਗਿਵ ਅ ਬਰੀਫ ਕਰੈਕਟਰ ਸਕੈਚ ਆਫ ਚੰਦੂ ਮਦਰ। ਚੰਦੂ ਮਦਰ ਇਜ਼ ਐਨ ਇੰਟਰਸਟਿੰਗ ਕਰੈਕਟਰ ਇਨ ਦ ਸਟੋਰੀ। ਸ਼ੀ ਵਾਜ਼ ਅਬਾਊਟ 60 ਈਅਰਸ ਓਲਡ, ਉਹ 60 ਸਾਲ ਦੇ ਸੀਗੇ। ਸ਼ੀ ਵਾਜ਼ ਐਨ ਇਲ ਟੈਂਪਰਡ ਲੇਡੀ, ਕਿ ਉਹਨਾਂ ਦਾ ਥੋੜ੍ਹਾ ਇਲ ਟੈਂਪਰਡ ਲੇਡੀ ਸੀਗੇ, ਥੋੜ੍ਹਾ ਜਿਹਾ ਉਹਨਾਂ ਦਾ ਮਤਲਬ ਉਹਦੀ ਮਾਨਸਿਕ ਸਥਿਤੀ ਥੋੜ੍ਹੀ ਜਿਹੀ ਨਾ ਠੀਕ ਨਹੀਂ ਸੀਗੀ। she belonged to a low caste and dared to see high class people in her own way, ਠੀਕ ਹੈ। ਇੱਕ ਉਹਨਾਂ ਨੂੰ ਹਮੇਸ਼ਾ ਹਰ ਵਾਰ ਡਰ ਰਹਿੰਦਾ ਸੀਗਾ ਕਿ ਉਹ ਤਾਂ ਇੱਕ ਛੋਟੀ ਜਾਤੀ ਤੋਂ ਬਿਲੋਂਗ ਕਰਦੇ ਨੇ ਅਤੇ ਵੱਡੀਆਂ ਜਾਤੀਆਂ ਤੋਂ ਉਹਨਾਂ ਨੂੰ ਡਰ ਲੱਗਦਾ ਸੀਗਾ। ਜਿੱਦਾਂ ਤੁਸੀਂ ਐਗਜ਼ਾਮਪਲ ਦੇਖ ਹੀ ਸਕਦੇ ਹੋ ਕਿ ਕਿਵੇਂ ਛੋਟੀ ਜਾਤੀ ਜਾਂ ਈਵਨ ਕਾਸਟ ਮੈਟਰ ਨਹੀਂ ਕਰਦੀ, ਬਟ ਫਿਰ ਵੀ ਉਹ ਕਿਵੇਂ ਚੰਦੂ ਨੂੰ ਮਤਲਬ ਪ੍ਰਵੋਕ ਕਰਦੇ ਨੇ ਜਾਂ ਉਹਨੂੰ ਅਬਿਊਜ਼ਡ ਕਰਦੇ ਨੇ ਸਿਰਫ ਉਹਦੇ ਕੱਪੜਿਆਂ ਤੋਂ ਜੱਜ ਕਰਕੇ, ਠੀਕ ਹੈ। ਸ਼ੀ ਵਾਜ਼ ਆਲਵੇਜ਼ ਕਾਇੰਡ ਟੂ ਦ ਨਰੇਟਰ, ਠੀਕ ਹੈ। ਉਹ ਨਰੇਟਰ ਤੋਂ ਕਾਇੰਡ ਰਹਿੰਦੀ ਸੀ ਕਿਉਂਕਿ ਜੋ ਰਾਈਟਰ ਹੈ ਉਹ ਚੰਦੂ ਦੋਨੋਂ ਕਲੋਜ਼ ਫਰੈਂਡ ਸੀਗੇ। ਸ਼ੀ ਲਵਡ ਹਰ ਸਨ। ਵੈਨ ਚੰਦੂ ਸਟਾਰਟਡ ਸ਼ੇਵਿੰਗ ਪੀਪਲ ਇਨ ਦ ਟਾਊਨ ਐਂਡ ਅਰਨਡ ਮੋਰ ਮਨੀ ਸ਼ੀ ਬਿਕੇਮ ਹੈਪੀ। ਜਦੋਂ ਉਹਨੇ ਸ਼ੇਵ ਕਰਨੀ ਸ਼ੁਰੂ ਕਰ ਦਿੱਤੇ ਪੀਪਲਸ ਨੂੰ, ਈਵਨ ਉਹਦੇ ਖੁਦ ਦੀ ਸ਼ੋਪ ਵੀ ਜਦੋਂ ਓਪਨ ਕਰ ਲਿੱਤੀ ਅਤੇ ਉਹਦੀ ਮੰਮਾ ਜੋ ਸੀਗੇ ਬਹੁਤ ਖੁਸ਼ ਸੀਗੇ। ਵਾਈ ਡਿਡ ਚੰਦੂ ਗੋ ਔਨ ਅ ਸਟ੍ਰੀਕ? ਵਟ ਵਾਜ਼ ਦ ਰਿਜ਼ਲਟ ਆਫ ਦ ਸਟ੍ਰਾਈਕ? ਚੰਦੂ ਵਾਜ਼ ਸਨ ਆਫ ਅ ਬਾਰਬਰ। ਚੰਦੂ ਨੇ ਸਟ੍ਰਾਈਕ ਕਿਉਂ ਕੀਤੀ, ਠੀਕ ਹੈ। ਰਿਜ਼ਲਟ ਕੀ ਨਿਕਲੇ ਸਟ੍ਰਾਈਕ ਦੇ? ਚੰਦੂ ਵਾਜ਼ ਅ ਸਨ ਆਫ ਅ ਬਾਰਬਰ, ਮਤਲਬ ਕਿ ਉਹ ਇੱਕ ਬਾਰਬਰ ਦਾ ਹੀ ਬੇਟਾ ਸੀਗਾ, ਠੀਕ ਹੈ। ਦੈਟਸ ਵਾਈ ਉਹਨੇ ਵੀ ਬਾਰਬਰ ਦਾ ਜੋ ਸੀਗਾ ਆਕੂਪੇਸ਼ਨ ਚੂਜ਼ ਕੀਤਾ। ਵੈਨ ਦ ਵਿਲੇਜ ਐਲਡਰਸ ਇਨਸਲਟਿਡ ਹਿਮ ਹੀ ਡਿਸਾਈਡਡ ਟੂ ਟੀਚ ਦੈਮ ਅ ਲੈਸਨ। ਆਨਸਰ ਮਿਲ ਗਿਆ ਕਿਉਂ ਉਹਨੇ ਯੂਨੀਅਨ ਬਣਾਈ, ਕਿਉਂ ਉਹਨੇ ਸਟ੍ਰਾਈਕ ਕੀਤੀ, ਕਿ ਜਦੋਂ ਇਹ ਵਿਲੇਜ ਦੇ ਜੋ ਐਲਡਰ ਸੀਗੇ ਉਹਨੂੰ ਇਨਸਲਟ ਕਰਦੇ ਸੀਗੇ, ਸੋ ਉਹਨੇ ਕੀ ਕੀਤਾ, ਇਹਨਾਂ ਨੂੰ ਇੱਕ ਸਬਕ ਸਿਖਾਇਆ ਜਾਏ। ਹੀ ਬੋਟ ਅ ਸੈਕਿੰਡ ਹੈਂਡ ਸਾਈਕਲ। ਹੀ ਸਟਾਰਟਡ ਗੋਇੰਗ ਟੂ ਦ ਸਿਟੀ ਟੂ ਸ਼ੇਵ ਪੀਪਲ। ਉਹਨੇ ਕੀ ਕੀਤਾ, ਸੈਕਿੰਡ ਹੈਂਡ ਸਾਈਕਲ ਲਿੱਤੀ ਅਤੇ ਸ਼ਹਿਰ ਵਿੱਚ ਜਾ ਕੇ ਲੋਕਾਂ ਨੂੰ ਸ਼ੇਵ ਕਰਨਾ ਸ਼ੁਰੂ ਕਰ ਦਿੱਤਾ, ਠੀਕ ਹੈ। ਹੀ ਸੈਡ ਦੈਟ ਹੀ ਵਾਜ਼ ਔਨ ਅ ਸਟ੍ਰਾਈਕ। ਉਹਨੇ ਕਿਹਾ ਕਿ ਮੈਂ ਸਟ੍ਰਾਈਕ 'ਤੇ ਹਾਂ, ਮਤਲਬ ਕਿ ਮੈਂ ਆਪਣੇ ਵਿਲੇਜ ਦੇ ਲੋਕਾਂ ਦੀ ਕੋਈ ਵੀ ਮਤਲਬ ਉਹਨਾਂ ਦਾ ਹੇਅਰ ਕੱਟ ਜਾਂ ਸ਼ੇਵ ਕੁਛ ਵੀ ਨਹੀਂ ਕਰੂੰਗਾ, ਬਟ ਮੈਂ ਬਾਹਰ ਜਾ ਕੇ ਇਹ ਕੰਮ ਕਰੂੰਗਾ। ਹੀ ਸਟੋਪਡ ਸ਼ੇਵਿੰਗ ਦਾ ਵਿਲੇਜ ਪੀਪਲ। ਉਹਨੇ ਆਪਣੀ ਵਿਲੇਜ ਦੇ ਏਰੀਏ ਦੇ ਲੋਕਾਂ ਦੀ ਸ਼ੇਵ ਕਰਨੀ, ਹੇਅਰ ਕੱਟ ਕਰਨੀ ਸਭ ਬੰਦ ਕਰ ਦਿੱਤਾ। ਔਰ ਲੁਕਡ ਫਨੀ ਬਿਕੋਜ਼ ਆਫ ਦੇਅਰ ਅਨਸ਼ੇਵਡ ਫੇਸਿਸ। ਜਦੋਂ ਕਿਸੇ ਨੇ ਵੀ ਆਪਣੀ ਦਾੜੀ ਨਹੀਂ ਕਟਾਈ, ਮਹੀਨਾ 2 ਮਹੀਨਾ 3 ਮਹੀਨਾ, ਠੀਕ ਹੈ, ਵਾਲ ਵੱਧ ਗਏ, ਸਾਰਿਆਂ ਦੇ ਵਾਲ ਜਿਹੜੇ ਸੀਗੇ ਵੱਧ ਗਏ ਸੀਗੇ, ਦਾੜੀ ਵੀ ਵੱਧ ਚੁੱਕੀ ਸੀਗੀ, ਤਾਂ ਫਿਰ ਵੀ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਫੇਸਿਸ ਸੀਗੇ ਫਨੀ ਲੱਗਣ ਲੱਗ ਪਏ ਸੀਗੇ, ਠੀਕ ਹੈ, ਕਾਰਟੂਨ ਟਾਈਪ ਉਹ ਲੱਗਣ ਲੱਗ ਪਏ ਸੀਗੇ। ਹੀ ਓਪਨਡ ਅ ਸ਼ੋਪ ਐਂਡ ਦੇ ਹੈਡ ਟੂ ਕਮ ਟੂ ਹਿਜ਼ ਸ਼ੋਪ। ਫਿਰ ਜਦੋਂ ਉਹਨਾਂ ਨੂੰ ਚੰਦੂ ਦੀ ਜ਼ਰੂਰਤ ਮਹਿਸੂਸ ਹੋਈ, ਠੀਕ ਹੈ, ਕਿ ਹੁਣ ਸਾਨੂੰ ਬਿਲਕੁਲ ਉਹਦੇ ਕੋਲ ਜਾਣਾ ਪੈਣਾ ਹੈ, ਠੀਕ ਹੈ, ਜ਼ਰੂਰਤ ਮਹਿਸੂਸ ਹੋਈ, ਉਦੋਂ ਉਹ ਜਾ ਕੇ ਚੰਦੂ ਕੋਲ ਗਏ। ਦੈਨ ਉਹਨਾਂ ਨੇ ਹੇਅਰ ਕੱਟ ਕਰਵਾਇਆ, ਸ਼ੇਵ ਕਰਾਈ, ਠੀਕ ਹੈ। ਮਤਲਬ ਕਿ ਉਸਨੇ ਖੁਦ ਦੀ ਇੱਕ ਸੈਲਫ ਰਿਸਪੈਕਟ ਨੂੰ ਸ਼ੋਅ ਕੀਤਾ ਕਿ ਕਿਵੇਂ ਉਹਦੀ ਇਨਸਲਟ ਕਰਦੇ ਸੀਗੇ, ਉਹਦੀ ਡਿਸਰਿਸਪੈਕਟ ਕਰਦੇ ਸੀਗੇ। ਜਦੋਂ ਉਹਦੀ ਜ਼ਰੂਰਤ ਪਈ, ਜਦੋਂ ਉਹਨੇ ਆਪਣੇ ਆਪ ਨੂੰ ਕੁਛ ਇੰਪੋਰਟੈਂਸ ਦੇ ਕੇ ਕੁਛ ਆਪਣਾ ਸੋਚਿਆ, ਇੱਕ ਅਲੱਗ ਤਰੀਕੇ ਦੇ ਨਾਲ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਈਵਨ ਉਹਨੇ ਕੀ ਸੋਚਿਆ ਕਿ ਮੈਂ ਉਹਨੂੰ ਸਬਕ ਸਿਖਾਵਾਂ। ਸੋ ਇਹ ਜਿਹੜੇ ਐਲਡਰਸ ਸੀਗੇ ਜੋ ਇਹਦੀ ਇਨਸਲਟ ਕਰਦੇ ਸੀਗੇ, ਉਹ ਆਪਣੀ ਜ਼ਰੂਰਤ ਪੈਣ 'ਤੇ ਇਹਦੇ ਕੋਲ ਗਏ। ਸੋ ਐ ਸੀਗੇ ਲੌਂਗ ਕੁਐਸਚਨ। ਆਈ ਹੋਪ ਕਿ ਤੁਹਾਨੂੰ ਵਧੀਆ ਲੱਗੇ ਹੋਣਗੇ। ਸੋ ਆਪਣੀ ਵਧੀਆ ਤਿਆਰੀ ਕਰੋ। ਐਂਡ ਮੇਰੀ ਇਹ ਇੱਕ ਟਿਪ ਜ਼ਰੂਰ ਯਾਦ ਰੱਖਣਾ ਕਿ ਜਦੋਂ ਵੀ ਤੁਸੀਂ ਕਿਸੇ ਵੀ ਸਬਜੈਕਟ ਵਿੱਚ ਲੌਂਗ ਕੁਐਸਚਨ ਸਪੈਸ਼ਲੀ ਰਾਈਟ ਕਰਦੇ ਹੋ, ਚਾਹੇ ਉਹ ਤੁਹਾਡਾ ਹਿਸਟਰੀ ਆ, ਪੋਲੀਟੀਕਲ ਸਾਇੰਸ ਆ, ਕੋਈ ਵੀ ਸਬਜੈਕਟ ਆ, ਜੋ ਵੀ ਤੁਹਾਨੂੰ ਉਸ ਤੋਂ ਰਿਲੇਟਡ ਚੀਜ਼ ਯਾਦ ਹੈ ਉਸ ਵਿੱਚ ਲਿਖ ਦਿਓ, ਠੀਕ ਹੈ। ਪੜ੍ਹ ਕੇ ਤਾਂ ਬੇਸ਼ੱਕ ਜਾਓ, ਪੜ੍ਹੇ ਬਗੈਰ ਤਾਂ ਤੁਸੀਂ ਲਿਖ ਨਹੀਂ ਪਾਓਗੇ। ਪੜ੍ਹੋ, ਸ਼ਾਰਟ ਕੁਐਸਚਨ ਵੀ ਪੜ੍ਹੋ, ਲੌਂਗ ਵੀ ਪੜ੍ਹੋ, ਠੀਕ ਹੈ। ਦੈਨ ਦੇਖੋ ਜਦੋਂ ਤੋਂ ਤੁਸੀਂ ਮਤਲਬ ਲਿਖਣ ਬੈਠੋਗੇ, ਇੱਕ ਵਾਰੀ ਪ੍ਰੈਕਟਿਸ ਕਰਕੇ ਘਰੋਂ ਜਾਓ ਲੌਂਗ ਕੁਐਸਚਨ ਦੀ। ਜਦੋਂ ਵੀ ਤੁਸੀਂ ਲਿਖਣ ਬੈਠੋ, ਜੇਕਰ ਤੁਹਾਨੂੰ ਕੋਈ ਸ਼ੋਰਟ ਵਿੱਚ ਲਾਈਨ ਬਣਦੀ ਹੈ ਲੌਂਗ ਕੁਐਸਚਨ ਦੀ ਅਕੋਰਡਿੰਗਲੀ ਸੈੱਟ ਬੈਠਦੀ ਹੈ, ਤਾਂ ਉਹ ਲਾਈਨ ਨੂੰ ਜ਼ਰੂਰ ਲਿਖੋ। ਬਿਕੋਜ਼ ਉਹ ਲੌਂਗ ਕੁਐਸਚਨ ਹੈ, ਜਿੰਨਾ ਮਤਲਬ ਤੁਸੀਂ ਮਤਲਬ ਇੱਕ ਹੱਦ ਤੱਕ ਜਿੰਨਾ ਕੁ ਲਿਖ ਸਕੋਗੇ ਵਧੀਆ ਹੈ ਤੁਹਾਡੇ ਲਈ, ਠੀਕ ਹੈ। ਐਂਡ ਆਪਣੀ ਵਧੀਆ ਰਿਵੀਜ਼ਨ ਕਰੋ। ਸੋ ਬੈਸਟ ਆਫ ਲੱਕ ਜਿਨ੍ਹਾਂ ਦੇ ਕੱਲ੍ਹ ਐਗਜ਼ਾਮ ਨੇ ਜਾਂ ਅੱਜ ਨੇ, ਵੈਸੇ ਪੇਪਰ ਤਾਂ ਸ਼ੁਰੂ ਹੋ ਗਏ ਨੇ +2 ਦੇ। ਸੋ ਬੈਸਟ ਆਫ ਲੱਕ ਸਾਰਿਆਂ ਨੂੰ।